ਗੁਰ ਨਾਨਕ ਪਾਦ ਪੰਕਜ ਬੰਦਨਾ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਗੁਰ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਗੁਰ ਹਰਿ ਗੋਬਿੰਦ ਸੋਭ ਸੋ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹਾਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਪਰਮ ਸਨਮਾਨਯੋਗ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਪਤਿਤ ਪਾਵਨ ਭਗਤ ਵਛਲ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਗੁਰੂਆਂ ਦੇ ਰੱਬੀ ਸਭ ਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਨਾਂ ਦੀ ਪਾਕ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਸੰਧਿਆ ਦੇ ਦੀਵਾਨਾਂ ਦੇ ਸਮੇਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ। ਜੋ ਦਿਨ ਦੇ ਚੌਥੇ ਪਹਿਰ ਦੀ ਪ੍ਰਾਰੰਭਤਾ ਹੋਈ ਹੈ, ਦਿਨ ਦੇ ਚੌਥੇ ਪਹਿਰ ਦੇ ਸਮੇਂ ਸਾਧ ਸੰਗਤ ਜੋ ਰੋਜ਼ਾਨਾ ਦੀ ਲੜੀਵਾਰ ਇਤਿਹਾਸਿਕ ਕਥਾ ਆਪਾਂ ਸਰਵਣ ਕਰ ਰਹੇ ਹਾਂ। ਚੱਲ ਰਹੀ ਲੜੀਵਾਰ ਕਥਾ ਦੇ ਅਨੁਸਾਰ ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਅਹਿਮਦਾਬਾਦ ਦੀ ਧਰਤੀ ਤੇ ਪਹੁੰਚੇ ਨੇ। ਪਠਾਣਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਉਹਨਾਂ ਪਠਾਣਾਂ ਦਾ ਸੁਭਾਅ ਬਹੁਤ ਮਾੜਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਏ ਕਿ ਇੱਥੇ ਸਾਡਾ ਇੱਕ ਸੇਵਕ ਰਹਿੰਦਾ ਏ, ਤੂੰ ਜਦ ਭੋਜਨ ਮੰਗਣ ਜਾਵੇਂਗਾ ਤੇ ਉਹਨਾਂ ਨੂੰ ਨਾਲ ਲੈ ਕੇ ਆਵੀਂ।
ਭਾਈ ਲਾਲੋ ਜੀ ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਜੀ ਪਾਸ ਆਏ ਨੇ। ਉਸ ਅਸਥਾਨ ਤੇ ਬੈਠੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਾਲੋ ਜੀ ਦੇ ਨਾਲ ਕੁਝ ਬਚਨ ਸਾਧ ਸੰਗਤ ਦੀ ਸਾਂਝੇ ਕੀਤੇ ਨੇ। ਤੇ ਜਦੋਂ ਬਚਨ ਸਾਂਝੇ ਕੀਤੇ ਨੇ ਤੇ ਭਾਈ ਲਾਲੋ ਜੀ ਨੇ ਕਿਹਾ ਏ, ਉਸ ਅਸਥਾਨ ਤੇ ਇੱਕ ਬ੍ਰਾਹਮਣ ਵੀ ਬੈਠਾ ਹੈ ਭਾਈ ਲਾਲੋ ਜੀ ਦੇ ਨਾਲ, ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਲਈ ਇੱਕ ਭੋਜਨ ਤਿਆਰ ਕਰਕੇ ਲਿਆਇਆ। ਇਹਨਾਂ ਦੋਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਹੈ ਕਿ ਗੁਰੂ ਜੀ ਆ ਜਿਹੜੇ ਤੁਸੀਂ ਬਚਨ ਕੀਤੇ ਨੇ, ਜਿਹੜਾ ਇਹ ਅਹਿਮਦਾਬਾਦ ਦਾ ਨਗਰ ਨਸ਼ਟ ਹੋ ਜਾਵੇਗਾ, ਅਸੀਂ ਇਸ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਲਾਲੋ ਜੀ ਤੇ ਉਸ ਬ੍ਰਾਹਮਣ ਨੂੰ ਬਚਨ ਕੀਤੇ ਨੇ ਕਿ ਇਸ ਨਗਰ ਤੋਂ 50 ਕੋਹ ਤੇ ਇੱਕ ਤਲਾਬ ਹੈ, ਤੁਸੀਂ ਉਹਦੇ ਨੇੜੇ ਜਾ ਕੇ ਆਪਣਾ ਜਿਹੜਾ ਨਿਵਾਸ ਸਥਾਨ ਉਹ ਰੱਖਣਾ ਕਰੋ ਤਾਂ ਤੁਸੀਂ ਬਚ ਜਾਵੋਗੇ। ਸਵੇਰ ਦਾ ਸਮਾਂ ਹੋਇਆ ਹੈ। ਭਾਈ ਲਾਲੋ ਜੀ ਤੇ ਉਹ ਬ੍ਰਾਹਮਣ ਉਸ ਸਥਾਨ ਨੂੰ ਛੱਡ ਕੇ ਤੇ ਉਸ ਤਲਾਬ ਦੇ ਕੰਢੇ ਪਹੁੰਚੇ ਨੇ। ਤੇ ਇਧਰ ਬਾਬਰ ਦੀਆਂ ਜਿਹੜੀਆਂ ਫੌਜਾਂ ਨੇ ਸਾਧ ਸੰਗਤ ਜੀ, ਉਹਨਾਂ ਨੇ ਹਮਲਾ ਬੋਲਿਆ ਏ ਤੇ ਸਾਰਾ ਜਿਹੜਾ ਅਹਿਮਦਾਬਾਦ ਦਾ ਨਗਰ ਹੈ ਉਹ ਉਹਨਾਂ ਪਠਾਨਾਂ ਤੋਂ ਜਿੱਤ ਲਿਆ ਏ। ਤੇ ਆਪਾਂ ਬਚਨ ਪੜ੍ਹਦੇ ਹਾਂ ਨਾ, ਮੁਗਲ ਪਠਾਣਾ ਭਈ ਲੜਾਈ, ਰਣ ਮਹਿ ਤੇਗ ਵਗਾਈ, ਓਨੀ ਤੁਬਕ ਤਾਂ ਚਲਾਈ, ਓਨੀ ਹਸਤ ਚੜਾਈ। ਤੇ ਸਾਧ ਸੰਗਤ ਜੀ ਇੰਨਾ ਭਿਆਨਕ ਯੁੱਧ ਹੋਇਆ, ਜਿਹਦੇ ਵਿੱਚ ਕੱਲ ਆਪਾਂ ਸਰਵਣ ਕੀਤਾ ਸੀ ਕਿ ਅਹਿਮਦਾਬਾਦ ਦਾ ਜਿਹੜਾ ਨਗਰ ਹੈ ਉਹ ਤੇ ਸਾਧ ਸੰਗਤ ਜੀ ਮੁਗਲਾਂ ਨੇ ਹਮਲਾ ਕੀਤਾ ਏ ਤੇ ਪਠਾਣਾ ਤੋਂ ਉਹ ਨਗਰ ਜਿਹੜਾ ਉਹ ਜਿੱਤਿਆ ਏ। ਹੁਣ ਅੱਗੇ ਸਾਧ ਸੰਗਤ ਜੀ ਕੀ ਵਾਪਰਦਾ ਏ, ਆਓ ਸੁਰਤੀਆਂ ਬਿਰਤੀਆਂ ਨੂੰ ਕਰੀ ਇਕਾਗਰ ਚਿਤ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਈਏ ਸੀਸ, ਨਿਮਰਤਾ ਦੇ ਘਰ ਦੇ ਵਿੱਚ ਆਈਏ, ਬਖਸ਼ਿਓ ਅਸੀਸ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪਈ। ਸ੍ਰੀ ਅੰਗਦ ਸੁਨ ਕਥਾ ਅਗਾਰੇ, ਸੈਨ ਦੇਖ ਸੇ ਸੰਤ ਸਿਧਾਰੇ। ਸ਼੍ਰੀ ਗੁਰ ਬੈਸ ਰਹੇ ਤੇ ਥਾਨਾ, ਇਕ ਮੈਂ ਸੰਗ ਦੁਤੀਯ ਮਰਦਾਨਾ। ਹੁਣ ਭਾਈ ਬਾਲਾ ਜੀ ਜੋ ਸਾਧ ਸੰਗਤ ਜੀ 28ਵਾਂ ਅਧਿਆਇ ਆਰੰਭ ਹੋਇਆ ਹੈ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਪਹਿਲਾਂ ਦੀ ਤਰ੍ਹਾਂ ਦੱਸ ਰਹੇ ਨੇ ਕਿ ਗੁਰੂ ਅੰਗਦ ਦੇਵ ਜੀ ਤੁਸੀਂ ਅਗਲਾ ਜਿਹੜਾ ਪ੍ਰਸੰਗ ਹੈ ਉਹ ਸੁਣਨਾ ਕਰੋ। ਹੁਣ ਦੱਸ ਰਹੇ ਨੇ ਕਿ ਫੌਜਾਂ ਦਾ ਜਿਹੜਾ ਇਕੱਠ ਦੇਖ ਕੇ ਉਹ ਸੰਤ ਨੇ ਉਸ ਸਥਾਨ ਤੋਂ ਚਲੇ ਗਏ ਨੇ ਤੇ ਨਾਲ ਹੀ ਭਾਈ ਬਾਲਾ ਜੀ ਕਹਿ ਰਹੇ ਨੇ ਕਿ ਨਾਲ ਇੱਕ ਮੈਂ ਤੇ ਇੱਕ ਗੁਰੂ ਭਾਈ ਮਰਦਾਨਾ ਜੀ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਾਥੀ ਹੈ, ਉਹ ਉਸ ਸਥਾਨ ਤੇ ਬੈਠੇ ਰਹੇ ਨੇ ਜਿੱਥੇ ਫੌਜਾਂ ਨੇ ਸਾਧ ਸੰਗਤ ਦੀ ਹਮਲਾ ਬੋਲਿਆ ਏ। ਤੇ ਛਿਨ ਏਕ ਮੁਗਲ ਚਲ ਆਇਓ, ਹਮ ਹੀ ਦੇਖ ਨਿਜ ਦਾਸ ਬੁਲਾਇਓ। ਤੇ ਉਸ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਅਸਥਾਨ ਤੇ ਬੈਠੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇੱਕ ਮੁਗਲ ਨੇ ਸਾਧ ਸੰਗਤ ਜੀ ਦੇਖਿਆ ਏ ਤੇ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਚੱਲ ਕੇ ਆਇਆ ਏ। ਤੇ ਸਾਧ ਸੰਗਤ ਜੀ ਕਹਿੰਦੇ ਨੇ ਕਿ ਉਸ ਮੁਗਲ ਨੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਤੱਕਿਆ ਏ ਤੇ ਨਾਲ ਹੀ ਜਿਹੜੇ ਆਪਣੇ ਸੇਵਕ ਉਹਨਾਂ ਨੂੰ ਵੀ ਬੁਲਾਉਣਾ ਕੀਤਾ ਹੈ। ਤੇ ਸੋ ਕਹਿਣ ਲਗਿਓ ਬਚ ਐਸੇ, ਇਹ ਮਾਨਵ ਤੀਨੋ ਜੇ ਬੈਸੇ। ਤੇ ਜਦੋਂ ਆਪਣੇ ਸੇਵਕ ਨੂੰ ਨਾਲ ਬੁਲਾਇਆ ਏ ਤੇ ਸਾਧ ਸੰਗਤ ਜੀ ਕਹਿਣ ਲੱਗੇ ਨੇ ਕਿ ਆ ਜਿਹੜੇ ਤਿੰਨ ਇਸ ਸਥਾਨ ਤੇ ਬੈਠੇ ਨੇ
ਇਹ ਆਦਮੀ ਕਿਹੜੇ ਨੇ ਤੇ ਇਹ ਬਚ ਕਿਸ ਤਰ੍ਹਾਂ ਗਏ ਹਨ। ਸਿਰ ਬੋਝੇ ਧਰ ਕਰ ਹੋ ਨਾ ਦੇਰੇ, ਗਹਿਲੇ ਚਲੀਏ ਇਨ ਕੋ ਡੇਰੇ। ਤੇ ਸਾਡਾ ਰਾਜ ਹੈ ਇਸ ਨਗਰ ਤੇ ਜਿਹੜੇ ਇਹ ਤਿੰਨੇ ਇਸ ਅਸਥਾਨ ਤੇ ਬੈਠੇ ਹੋਏ ਨੇ, ਤੁਸੀਂ ਇਸ ਤਰ੍ਹਾਂ ਕਰੋ, ਜਲਦੀ ਇਹਨਾਂ ਦੇ ਸਿਰਾਂ ਤੇ ਪੰਡਾ ਚੁਕਵਾਓ ਤੇ ਜਿੱਥੇ ਸਾਡਾ ਰਾਜ ਹੈ ਉਸ ਡੇਰੇ ਤੇ ਫੜ ਕੇ ਇਹਨਾਂ ਤਿੰਨਾਂ ਨੂੰ ਲੈ ਜਾਵੋ। ਤਿੰਨ ਉਠਾਏ ਕਰ ਲੀਨ ਅਗਾਰੀ, ਤਰੇ ਸੀਸ ਪਰ ਭਾਰਜ ਭਾਰੀ। ਤੇ ਸੇਵਕ ਨੇ ਜਦੋਂ ਆਖਿਆ ਹੈ ਨਾ, ਤੇ ਸਾਧ ਸੰਗਤ ਜੀ ਕੀ ਹੋਇਆ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਉਹਨਾਂ ਸਾਥੀਆਂ ਨੇ ਸਾਧ ਸੰਗਤ ਜੀ ਸਿਰ ਤੇ ਭਾਰ ਉਠਾਇਆ ਹੈ ਤੇ ਸਿਰਾਂ ਤੇ ਭਾਰ ਚਕਾ ਕੇ ਤੇ ਸਾਧ ਸੰਗਤ ਜੀ ਜਿਹੜੇ ਅੱਗੇ ਉਹ ਤੁਰ ਪਏ ਹਨ। ਮਰਦਾਨੇ ਕੋ ਅਸ ਪਕਰਾਵਾ, ਮੈਂ ਇੱਕ ਬੋਝਾ ਸੀਸ ਉਠਾਵਾ। ਤੇ ਭਾਈ ਬਾਲਾ ਜੀ ਕਹਿ ਰਹੇ ਨੇ ਕਿ ਮਰਦਾਨੇ ਨੂੰ ਘੋੜਾ ਫੜਾ ਦਿੱਤਾ ਗਿਆ ਹੈ ਤੇ ਮੈਂ ਇੱਕ ਪੰਡ ਦਾ ਭਾਰ ਭਾਈ ਬਾਲਾ ਜੀ ਦੱਸ ਰਹੇ ਨੇ ਕਿ ਆਪਣੇ ਸਿਰ ਤੇ ਚੁੱਕਣਾ ਕੀਤਾ ਹੈ। ਸ਼੍ਰੀ ਪ੍ਰਭ ਕੇ ਸਿਰ ਧਰਨੇ ਲਾਗੇ, ਮਹਿ ਮਾਲਕ ਹੀ ਨ ਮੂੜ ਕੁਭਾਗੇ। ਪਰ ਸਾਧ ਸੰਗਤ ਜੀ, ਭਾਈ ਮਰਦਾਨਾ ਜੀ ਵੀ ਸੰਸਾਰੀ ਜੀਵ ਸਨ। ਭਾਈ ਮਰਦਾਨਾ ਜੀ ਵੀ ਸੰਸਾਰੀ ਜੀਵ ਸਨ। ਭਾਈ ਮਰਦਾਨਾ ਜੀ ਨੇ ਤੇ ਘੋੜਾ ਜਿਹੜਾ ਉਹ ਫੜਿਆ ਹੈ ਤੇ ਭਾਈ ਬਾਲਾ ਜੀ ਨੇ ਉਹਨਾਂ ਸੇਵਕਾਂ ਦੀ ਗੱਲ ਮੰਨ ਕੇ ਆਪਣੇ ਸਿਰ ਤੇ ਪੰਡ ਚੁੱਕੀ ਹੈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿਰ ਤੇ ਵੀ ਪੰਡ ਚੁਕਾਉਣ ਲੱਗੇ ਨੇ। ਪਰ ਕਵੀ ਜੀ ਲਿਖਦੇ ਨੇ ਕਿ ਉਹਨਾਂ ਮੂਰਖਾਂ ਨੂੰ ਇਹ ਪਤਾ ਨਹੀਂ, ਉਹਨਾਂ ਬਦ ਕਿਸਮਤਾਂ ਨੂੰ ਇਹ ਪਤਾ ਨਹੀਂ ਕਿ ਇਹ ਤਾਂ ਉਸ ਹਰੀ ਅਕਾਲ ਪੁਰਖ ਦੀ ਜੋਤ ਹਨ ਜਿਹੜੇ ਜਗਤ ਨੂੰ ਤਾਰਨ ਲਈ ਇਸ ਸੰਸਾਰ ਤੇ ਆਏ ਹਨ। ਦੋਹਰਾ ਏਕ ਹਾਥ ਊਚੀ ਰਹੀ, ਊਪਰ ਸੀਸ ਟਿਕੀ ਨਾ। ਤੇ ਸਾਧ ਸੰਗਤ ਜੀ, ਕਵੀ ਜੀ ਲਿਖਦੇ ਨੇ ਕਿ ਉਹ ਜਿਹੜੀ ਪੰਡ ਹੈ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿਰ ਤੇ ਟਿਕੀ ਨਹੀਂ, ਸਗੋਂ ਕੀ ਹੈ, ਇੱਕ ਹੱਥ ਉੱਚੀ ਰਹੀ। ਭਾਵ ਕਿ ਹਵਾ ਦੇ ਵਿੱਚ ਕੀ ਹੈ, ਉਹਦਾ ਬੋਝ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿਰ ਤੇ ਨਹੀਂ, ਉਹ ਇੱਕ ਹੱਥ ਉੱਚੀ ਹੈ। ਉਹ ਪੰਡ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿਰ ਤੇ ਨਹੀਂ ਟਿਕੀ, ਜਿਹੜੀ ਉਹਨਾਂ ਮੁਗਲਾਂ ਦੇ ਸੇਵਕਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਚੁਕਾਈ ਹੈ। ਚਲੇ ਸੰਗ ਸਹਜੇ ਪ੍ਰਭੂ, ਜਹ ਡੇਰਾ ਤੇ ਕੀਨਾ। ਤੇ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ, ਭਾਈ ਮਰਦਾਨਾ ਜੀ ਨੇ ਘੋੜਾ ਫੜਿਆ ਹੋਇਆ ਹੈ, ਭਾਈ ਬਾਲਾ ਜੀ ਨੇ ਸਿਰ ਤੇ ਪੰਡ ਚੁੱਕੀ ਹੋਈ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪੰਡ ਜਿਹੜੀ ਹੈ ਉਹ ਇੱਕ ਹੱਥ ਉੱਚੀ ਹੈ। ਉਸੇ ਅਵਸਥਾ ਦੇ ਵਿੱਚ ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਤੁਰੇ ਜਾ ਰਹੇ ਨੇ ਤੇ ਪਹੁੰਚੇ ਕਿੱਥੇ ਨੇ, ਜਿੱਥੇ ਉਹਨਾਂ ਮੁਗਲਾਂ ਨੇ ਡੇਰਾ ਕੀਤਾ ਹੋਇਆ ਹੈ। ਚੌਪਈ ਜਬ ਹੀ ਗਮਣੇ ਪੰਥ ਮਜਾਰੀ, ਹਮ ਦੋਨੋਂ ਚਲ ਜਾਹੇ ਪਿਛਾਰੀ। ਤੇ ਭਾਈ ਬਾਲਾ ਜੀ ਦੱਸ ਰਹੇ ਨੇ ਕਿ ਜਦੋਂ ਅਸੀਂ ਰਸਤੇ ਤੇ ਚੱਲ ਰਹੇ ਸਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਡੇ ਅੱਗੇ ਅੱਗੇ ਤੇ ਮੈਂ ਤੇ ਭਾਈ ਮਰਦਾਨਾ ਜੀ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਸਾਂ। ਬੋਲੇ ਬਚਨ ਸੁਨਹੁ ਮਰਦਾਨਾ, ਅਬ ਹਿਰ ਬਾਬ ਬਜਾਓ ਸੁਹਾਨਾ। ਹੁਣ ਰਸਤੇ ਦੇ ਵਿੱਚ ਜਾ ਰਹੇ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਗਰ ਨੇ, ਕਿਉਂਕਿ ਸਾਥੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ।
ਤੇ ਸਾਧ ਸੰਗਤ ਜੀ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀਆਂ ਪ੍ਰਚਾਰ ਯਾਤਰਾਵਾਂ ਦੇ ਅਨੁਸਾਰ ਗਏ ਨੇ, ਜਾਂ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀਆਂ ਉਦਾਸੀਆਂ ਦੇ ਦੌਰਾਨ ਪਹੁੰਚੇ ਨੇ, ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਰਹੇ ਨੇ। ਹੁਣ ਜਦੋਂ ਪਿੱਛੇ ਪਿੱਛੇ ਜਾ ਰਹੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੀ ਕੀਤਾ ਏ, ਬਚਨ ਕੀਤਾ ਹੈ ਕਿ ਮਰਦਾਨਿਆ ਆ ਰਵਾਬ ਜਿਹੜੀ ਹੈ ਨਾ, ਇਹਦੀ ਸੁਰ ਤੂੰ ਛੇੜਨਾ ਕਰ, ਸਾਨੂੰ ਬਾਣੀ ਆਈ ਹੈ ਪ੍ਰਭ ਜੀ ਕਿਸ ਬਿਦ ਤਾਰ ਬਜਾਵੋ, ਹਾਥ ਬਿਖਾ ਪਕਰੇ ਅਸਲ ਆਵੋ। ਮਰਦਾਨਾ ਬੋਲਿਆ ਏ, ਕਹਿੰਦਾ ਗੁਰੂ ਜੀ ਮੈਂ ਰਬਾਬ ਕਿਵੇਂ ਵਜਾ ਸਕਦਾ, ਮੈਂ ਬਾਣੀ ਕਿਵੇਂ ਗਾ ਸਕਦਾ, ਕਿਉਂਕਿ ਮੇਰੇ ਹੱਥ ਦੇ ਵਿੱਚ ਤਾਂ ਘੋੜਾ ਫੜਿਆ ਹੋਇਆ, ਜਿਹੜਾ ਮੈਂ ਤੁਹਾਡੇ ਅੱਗੇ ਅੱਗੇ ਖੜ ਰਿਹਾ ਹਾਂ। ਆਤ ਚੰਚਲ ਕੂਦਤ ਸੋ ਆਵਤ, ਮਹਾਬਲੀ ਕਰ ਜੋਰ ਥਮਾਵਤ। ਤੇ ਸਾਧ ਸੰਗਤ ਜੀ ਮਰਦਾਨਾ ਬੋਲ ਰਿਹਾ ਹੈ ਕਿ ਗੁਰੂ ਜੀ ਇਹ ਤੁਹਾਡੇ ਸਾਹਮਣੇ ਘੋੜਾ ਕਿੰਨਾ ਬਲਵਾਨ ਹੈ, ਕਿੰਨੀਆਂ ਟਪੂਸੀਆਂ ਮਾਰ ਰਿਹਾ ਏ, ਕਿੰਨਾ ਬਲ ਹੈ ਇਸ ਘੋੜੇ ਦੇ ਵਿੱਚ, ਇਹ ਤਾਂ ਮੈਂ ਆਪਣੀ ਤਾਕਤ ਦੇ ਨਾਲ ਇਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਜੇ ਛੁੱਟ ਜਾਏ ਤਾਏ ਕਿਤ ਜਾਏ, ਮੁਗਲ ਮਾਰ ਹੈ ਮੇਰੇ ਤਾਈ। ਤੇ ਕਹਿਣ ਲੱਗਾ ਗੁਰੂ ਜੀ ਜੇ ਕਿਤੇ ਮੇਰੇ ਪਾਸੋਂ ਇਹ ਘੋੜਾ ਛੁੱਟ ਗਿਆ ਨਾ, ਜੇਕਰ ਕਿਤੇ ਇਹ ਛੁੱਟ ਕੇ ਕਿਸੇ ਪਾਸੇ ਚਲਾ ਗਿਆ, ਤੇ ਜਿਹੜੇ ਮੁਗਲਾਂ ਨੇ ਮੈਨੂੰ ਇਸ ਘੋੜੇ ਨੂੰ ਫੜਾਇਆ ਹੈ ਨਾ, ਉਹ ਮੈਨੂੰ ਮਾਰ ਦੇਣਗੇ, ਭਾਵ ਕਿ ਮੌਤ ਦੇ ਘਾਟ ਉਤਾਰ ਦੇਣਗੇ। ਵਾਹਿਗੁਰੂ ਮੁਖ ਨਾਮ ਉਚਾਰੀ, ਛੋਟੋ ਬਾਜ ਸੋ ਆਏ ਪਿਛਾਰੀ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੌਤਕ ਵਰਤਾਇਆ, ਕਹਿਣ ਲੱਗੇ ਨੇ ਮਰਦਾਨਿਆ ਮੁਖ ਤੋਂ ਵਾਹਿਗੁਰੂ ਬੋਲ, ਤੇ ਇਸ ਘੋੜੇ ਦੀਆਂ ਜਿਹੜੀਆਂ ਲਗਾਮਾਂ ਤੂੰ ਫੜੀਆਂ ਹੋਈਆਂ ਨੇ ਇਹਨਾਂ ਨੂੰ ਛੱਡ। ਐਸੀ ਅਜ਼ਮਤ ਵਾਪਰੇਗੀ ਜਦੋਂ ਤੂੰ ਵਾਹਿਗੁਰੂ ਵਾਹਿਗੁਰੂ ਕਰੇਂਗਾ, ਇਹ ਘੋੜਾ ਆਪੇ ਹੀ ਸਾਡੇ ਪਿੱਛੇ ਚੱਲ ਕੇ ਆਵੇਗਾ। ਸੁਨ ਰਜਾਏ ਕੋ ਸ਼ੋਰਿਓ ਬਾਜਾ, ਲਗਿਓ ਬਜਾਵਨ ਆਨੋ ਬਾਜਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਭਾਈ ਮਰਦਾਨਾ ਜੀ ਨੇ ਝਟਪਟ ਮੰਨੇ ਨੇ। ਤੇ ਸਾਧ ਸੰਗਤ ਜੀ ਬਚਨ ਮੰਨਦਿਆਂ ਸਾਰ ਹੀ ਕਹਿੰਦੇ ਨੇ ਭਾਈ ਮਰਦਾਨਾ ਜੀ ਨੇ ਉਹ ਘੋੜਾ ਛੱਡਿਆ ਏ ਤੇ ਆਪਣਾ ਹੱਥ ਜਿਹੜਾ ਉਹ ਰਬਾਬ ਤੇ ਧਰਿਆ ਏ। ਤੇ ਰਬਾਬ ਤੇ ਹੱਥ ਧਰਦਿਆਂ ਸਾਰੀ ਸਾਧ ਸੰਗਤ ਜੀ ਕਹਿੰਦੇ ਨੇ ਭਾਈ ਮਰਦਾਨਾ ਜੀ ਸ਼ਬਦ ਉਚਾਰਨ ਲੱਗਾ ਹੈ, ਤੇਹ ਸ਼ਿਨ ਸ਼੍ਰੀ ਪ੍ਰਭ ਊਚ ਉਚਾਰੀ, ਕੀਨੋ ਸ਼ਬਦ ਸੁਰਾਗ ਮਜਾਰੀ। ਭਾਈ ਮਰਦਾਨਾ ਜੀ ਦੇ ਰਬਾਬ ਤੇ ਹੱਥ ਰੱਖਦਿਆਂ ਸਾਰੀ ਜਦੋਂ ਤਾਰ ਛੇੜੀ ਹੈ ਨਾ ਭਾਈ ਮਰਦਾਨਾ ਜੀ ਨੇ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਹਿੰਦੇ ਨੇ ਉੱਚੀ ਸੁਰ ਦੇ ਵਿੱਚ ਇੱਕ ਸ਼ਬਦ ਉਚਾਰਿਆ ਆਸਾ ਰਾਗ ਦੇ ਵਿੱਚ। ਉਹ ਸਾਧ ਸੰਗਤ ਜੀ ਸ਼ਬਦ ਕਿਹੜਾ ਹੈ? ਆਸਾ ਮਹੱਲਾ ਪਹਿਲਾ। ਖੁਰਾਸਾਨ ਖਸਮਾਨਾ ਕੀਆ, ਹਿੰਦੋਸਤਾਨ ਡਰਾਇਆ। ਆਪ ਦੋਸ ਨ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਏਤੀ ਮਾਰ ਪਈ ਕੁਰਲਾਣੈ, ਤੈ ਕੇ ਦਰਦ ਨ ਆਇਆ। ਕਰਤਾ ਤੂੰ ਸਭਨਾ ਕਾ ਸੋਈ, ਜੀ ਸਕਤਾ ਸਕਤੇ ਕਉ ਮਾਰੇ।
ता मन रोस न होई। रहाओ। जदों ये साध संगत शब्द उचारे है ना गुरु नानक देव जी महाराज जी ने, ते भाई मरदाना जी ने रबाब की तार नूं छेड़िया है, ते साध संगत जी एदियां रहाओ वालियां जिहड़ियां तुकां ने वो समझा की रहीआं ने सानूं। कहंदे ने जे सकता सकते को मारे, ता मन रोस न होई। साध संगत जी कहंदे ने जेकर एक ताकतवर होवे जंग दे मैदान दे विच, ते दूसरा ओदे नालों भी ज्यादा ताकतवर होवे, ते एक दूजे दे उत्ते चढ़ के वार करन, ते गुरु नानक देव जी महाराज कहंदे ने उन्हां दे विचों कोई भी किसी दे उपर क्रोध नहीं करेगा। ते साध संगत जी अज आपां नूं कोई माड़ी जी गल कह दवे ना, ते आपां की करदे अगले नूं मारन तक जाने कि इहने सानू गल क्यों कह दित्ती। ते भाई गुरदास जी दा भी वचन है ना, उस्तत निंदा कन सुण रोवण ते हासे। जदों ते साध संगत जी साडी उस्तत हुंदी है ना, ते असीं कन्नां दे नाल सुन के बहुत खुश हुंदे आ कि इस व्यक्ति ने साडी उस्तत कीती, इहदे वर्गा कोई नहीं। ते जेकर ओह व्यक्ति साडी निंदा कर दवे ते साध संगत जी आपां ओहनूं की है बदवावा देन लग जांदे कि इहदे वर्गा ते माड़ा व्यक्ति कोई नहीं, जिहड़ा सानू मूँह ते कोझ है ते पिठ पिछे कोझ है। अपने मन दे विच रोस आ जांदा है कि कल ये व्यक्ति साडी उस्तत कर रहा है ते अज सानू निंद रहा है। पर साध संगत जी नहीं, जिहड़ा व्यक्ति किसी दी निंदा करदा है ना, आप तां ओह निंदा करदा है, आप तां ओह पाप चढ़ाउंदा है, पर सच जानिया जे जिहड़े व्यक्ति दी निंदा हो रही हुंदी है ना, ओहदे पाप कट्टे जांदे। ये साध संगत जी गुरबाणी दे विच तुक आउंदी। वैसे काम मन मुखां दा है निंदा करना, पर सच है जिहड़ा व्यक्ति निंदा करदा है ना किसी दी, ओहदा अपना जिहड़ा निकास है वह रुक जाता है, ते जिहड़े व्यक्ति दी ओह निंदा करदा है साध संगत जी ओहदा भला हो जाता है। हुण इसे तरह गुरु नानक देव जी महाराज समझा रहे ने कि जे सकता सकते को मारे, ता मन रोस ना होई। कहंदे किसी दे मन दे विच कोई क्रोध नहीं हुंदा जंग दे मैदान दे विच। अजिहा शब्द जदों गुरु नानक देव जी महाराज जी ने उचारिया है, चौपई ए शब्द गावत मार्ग जाही, सदा एक रस आनंद माई। ये शब्द उचारते हुए भाई मरदाना, भाई बाला जी ते गुरु नानक देव जी महाराज कवि जी लिखते ने कि नाल नाल शब्द उचारी जा रहे ने, ते जेड़े रस्ते दे विच जा रहे ने ऐ बहुत आनंद दे विच देख रहे ने। लोक बिलोकत बहु बिसमाए, एह अचरज कछ लखियो न जाए। ते जिन्ना गलियां राही गुरु नानक देव जी महाराज भाई बाला ते भाई मरदाना जी लंघ रहे ने, उच्ची उच्ची आवाज दे विच शब्द उचार रहे ने कि जे सकता सकते को मारे, ता मन रोस ना हुई। ते साध संगत जी लोक देख के आश्चर्यित हो रहे ने कि ये की हो रहा है। ते साध संगत जी एक नाल ही कह रहे ने कि ये जेड़ा आश्चर्य है ये जानिया नहीं जा सकता। सिर ते कर ऊंचो है पारा, बहरो चलियो जाहे संगारा। ते जेड़ा सिर ते भार है भाई बाला जी ने चुक्या होया है। गुरु नानक देव जी महाराज जी ने भी वो पंड जिहड़ी साध संगत जी जिहड़ी एक हाथ उच्ची है वो चुकी हुई है। ते कवि जी लिखते ने वो भी उन्हां बाजारां दे राही नाल नाल जा रही है। दूसर के तुरग पिछारी, चलियो जात बिन गह मुहारी।
ਤੇ ਪਿੱਛੇ ਪਿੱਛੇ ਸਾਧ ਸੰਗਤ ਜੀ ਜਿਹੜਾ ਘੋੜਾ ਮੁਗਲਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਫੜਾਇਆ ਹੈ, ਉਹ ਘੋੜਾ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਭਾਈ ਮਰਦਾਨਾ ਜੀ ਦੇ ਪਿੱਛੇ ਪਿੱਛੇ ਸਾਧ ਸੰਗਤ ਜੀ ਉਹਨਾਂ ਬਾਜ਼ਾਰਾਂ ਦੇ ਵਿੱਚ ਆ ਰਿਹਾ ਹੈ। ਕੀਤਿਕ ਕਹਾ ਸੰਤ ਇਹ ਕੋਈ, ਕਿ ਦੋ ਖੁਦਾਏ ਆਪ ਹੀ ਹੋਈ। ਤੇ ਕਈਆਂ ਨੇ ਮਨ ਦੇ ਵਿੱਚ ਵਿਚਾਰ ਕਰਕੇ ਕਿਹਾ ਹੈ, ਇਹ ਤਾਂ ਕੋਈ ਪੂਰਨ ਸੰਤ ਨੇ, ਇਹ ਤਾਂ ਪੂਰਨ ਕੋਈ ਉਸ ਅਕਾਲ ਪੁਰਖ ਦੀ ਜੋਤ ਹੈ ਜਿਹੜੇ ਖੁਦ ਉਸ ਖੁਦਾ ਪਰਮਾਤਮਾ ਦਾ ਰੂਪ ਹਨ। ਆਤ ਸਮਰਥ ਅਜ਼ਮਤ ਮਹਿ ਭਾਰੀ, ਐਸੋ ਕਬ ਨੇ ਭਿਖਾ ਅਗਾਰੀ। ਤੇ ਉਹ ਲੋਕ ਮਨ ਦੇ ਵਿੱਚ ਵਿਚਾਰ ਕਰ ਰਹੇ ਨੇ, ਇਹ ਤਾਂ ਕੋਈ ਚੰਗੀ ਅਜ਼ਮਤ ਵਾਲੇ ਪੀਰ ਨੇ, ਚੰਗੀ ਕਰਾਮਾਤ ਦੇ ਮਾਲਕ ਨੇ, ਜਿਨ੍ਹਾਂ ਨੂੰ ਕਦੀ ਵੀ ਅੱਗੇ ਅਸੀਂ ਇਸ ਨਗਰ ਦੇ ਵਿੱਚ ਦੇਖਿਆ ਨਹੀਂ। ਹਾਥ ਬੰਦ ਕਾ ਬੰਦਨ ਕਰਹੀ, ਚਰਨ ਕਮਲ ਮੈਂ ਸ਼ਰਦਾ ਤਰਹੀ। ਤੇ ਜਿਨ੍ਹਾਂ ਰਾਹਾਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਾ ਰਹੇ ਨੇ, ਉਹਨਾਂ ਰਾਹਾਂ ਤੇ ਸਾਧ ਸੰਗਤ ਜੀ ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪੂਰਨ ਸੰਤ ਜਾਣ ਕਰਕੇ ਤੇ ਹੱਥ ਦੇ ਨਾਲ ਨਮਸਕਾਰ ਕਰ ਰਹੇ ਨੇ। ਤੇ ਜਿਹੜੀ ਅਦਕ ਸ਼ਰਧਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਤੀ ਮਨ ਦੇ ਵਿੱਚ ਧਾਰੀ ਹੋਈ ਹੈ। ਇਸ ਪ੍ਰਕਾਰ ਪਹੁੰਚਿਓ ਜਬ ਡੇਰੇ, ਆਵਤ ਮੁਗਲ ਤਿਸੀ ਨ ਹੇਰੇ। ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਉਹਨਾਂ ਦੇ ਸਾਥੀ ਸਾਧ ਸੰਗਤ ਜੀ ਮੁਗਲਾਂ ਦੇ ਡੇਰੇ ਤੇ ਪਹੁੰਚੇ ਨੇ, ਤੇ ਜਦੋਂ ਮੁਗਲਾਂ ਨੇ ਆਉਂਦਿਆਂ ਦੇਖਿਆ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਤੇ ਸਾਧ ਸੰਗਤ ਜੀ ਉਹਨਾਂ ਮੁਗਲਾਂ ਨੇ ਹੁਕਮ ਕੀਤਾ ਇਹਨਾਂ ਨੂੰ ਫੜਵਾਉਣ ਦਾ। ਇਸ ਬਿਦ ਅਚਰਜ ਲਖਿਓ ਤਮਾਸ਼ਾ, ਗਇਓ ਦੌਰ ਬਾਬਰ ਕੇ ਪਾਸਾ। ਤੇ ਜਿਨੇ ਸਾਧ ਸੰਗਤ ਜੀ ਪਕੜਨ ਦਾ ਹੁਕਮ ਦਿੱਤਾ ਸੀ ਨਾ, ਹੁਣ ਕੀ ਹੋਇਆ ਕਿ ਕੌਤਕ ਵਾਪਰਿਆ। ਤੇ ਕੌਤਕ ਕੀ ਵਾਪਰਿਆ ਏ ਕਿ ਉਹ ਜਿਹੜਾ ਵਿਅਕਤੀ ਹੈ ਉਹ ਭੱਜ ਕੇ ਬਾਬਰ ਦੇ ਕੋਲ ਗਿਆ ਹੈ ਜਿਨੇ ਹੁਕਮ ਕੀਤਾ ਹੈ। ਨਿਕਟ ਬੈਠ ਕੇ ਗਿਰਾ ਉਚਾਰੀ, ਇਕ ਦਰਵੇਸ਼ ਬੰਦ ਮਜਾਰੀ। ਤੇ ਸਾਧ ਸੰਗਤ ਜੀ ਜਿਹੜਾ ਸੇਵਕ ਮੁਗਲਾਂ ਨੇ ਘੱਲਿਆ ਸੀ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨੂੰ ਕੈਦ ਕਰਨ ਲਈ, ਉਸ ਸੇਵਕ ਨੇ ਜਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਜਦੋਂ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੀ ਕੈਦ ਦੀ ਖਬਰ ਦਿੱਤੀ ਹੈ, ਤੇ ਨਾਲ ਇਹ ਵੀ ਕਿਹਾ ਹੈ ਕਿ ਇਹ ਤਾਂ ਕੋਈ ਪੂਰਨ ਸੰਤ ਨੇ ਜਿਨ੍ਹਾਂ ਨੂੰ ਤੁਸੀਂ ਆਪਣੀ ਕੈਦ ਦੇ ਵਿੱਚ ਰੱਖਿਆ ਹੋਇਆ ਹੈ। ਦੋਹਰਾ ਅਚਰਜ ਸਭ ਅਵਲੋਕਿਓ, ਅਤ ਅਜ਼ਮਤ ਮੈਂ ਪੂਰਾ। ਤੇ ਦੱਸ ਰਿਹਾ ਹੈ ਕਿ ਆ ਜਿਹੜੇ ਤਿੰਨ ਸਾਥੀ ਆਪਾਂ ਕੈਦ ਕਰਕੇ ਲਿਆਂਦੇ ਨੇ ਨਾ ਕੈਦ ਦੇ ਵਿੱਚ, ਇਹਨਾਂ ਸਾਰਿਆਂ ਨੇ ਅਚਰਜ ਦੇਖਿਆ ਹੈ। ਜਿਹੜੇ ਬਾਜ਼ਾਰਾਂ ਥਾਣੀ ਅਸੀਂ ਇਹਨਾਂ ਨੂੰ ਲੈ ਕੇ ਆਏ ਆ ਨਾ, ਸਾਰੇ ਲੋਕਾਂ ਨੇ ਇਹਨਾਂ ਦਾ ਅਚਰਜ ਦੇਖਿਆ ਏ। ਇਹ ਤਾਂ ਕੋਈ ਪੂਰਨ ਸੰਤ ਨੇ ਜਿਹੜੀ ਆਪਣੀ ਕਰਾਮਾਤ ਦੇ ਵਿੱਚ ਪੂਰੇ ਨੇ। ਬੋਝ ਦਿਓ ਸਿਰ ਤਾਹੇ ਕੇ, ਰਹਿਓ ਏਕ ਕਰ ਦੂਰ। ਤੇ ਜਿਹੜਾ ਭਾਰ ਅਸੀਂ ਇਹਨਾਂ ਦੇ ਸਿਰ ਤੇ ਲੱਦਿਆ ਸੀ, ਅਚਰਜ ਦੇਖਣ ਵਾਲਾ ਸੀ ਕਿ ਉਹ ਜਿਹੜੀ ਸਿਰ ਤੇ ਰੱਖੀ ਹੋਈ ਪੰਡ ਸੀ ਉਹ ਇਹਨਾਂ ਦੇ ਇੱਕ ਹੱਥ ਤੋਂ ਦੂਰ ਸੀ, ਭਾਵ ਕਿ ਸਿਰ ਤੇ ਨਹੀਂ ਸੀ ਟਿਕੀ। ਚਾਪਈ ਏਕ ਡੂਮ ਹੈ ਜਾ ਕੇ ਸੰਗ, ਤੇ ਪੀਛੇ ਚੱਲ ਜਾਏ ਤੁਰੰਗਾ। ਤੇ ਇਹਨਾਂ ਦੇ ਨਾਲ ਜਿਹੜਾ ਇੱਕ ਸਾਥੀ ਸੀ ਨਾ ਮਰਦਾਨਾ, ਉਹਦਾ ਵੀ ਕੌਤਕ ਦੇਖਣ ਵਾਲਾ ਸੀ ਕਿ ਜਿਹੜਾ ਘੋੜਾ ਹੈ ਨਾ
ਉਹਦੇ ਪਿੱਛੇ ਪਿੱਛੇ ਚੱਲ ਕੇ ਆ ਰਿਹਾ ਸੀ। ਕਰਤ ਬੰਦਗੀ ਤਾਂ ਖੁਦਾਏ, ਆਪ ਬਿਲੋਕੋ ਚਲਤੈ ਥਾਏ। ਤੇ ਕਹਿਣ ਲੱਗਾ ਏ ਕਿ ਤੁਸੀਂ ਵੀ ਉਸ ਸਥਾਨ ਤੇ ਜਾ ਕਰਕੇ ਦੇਖੋ ਜਿੱਥੇ ਇਹਨਾਂ ਨੂੰ ਕੈਦ ਕੀਤਾ ਗਿਆ ਹੈ। ਉਹ ਸਾਰੇ ਉਸ ਸਥਾਨ ਤੇ ਬੈਠ ਕੇ ਭਗਤੀ ਕਰ ਰਹੇ ਹਨ। ਜੇ ਮੇਰੇ ਤੇ ਯਕੀਨ ਨਹੀਂ ਤਾਂ ਤੁਸੀਂ ਖੁਦ ਜਾ ਕਰਕੇ ਉਸ ਸਥਾਨ ਤੇ ਦੇਖ ਲਵੋ। ਸੁਨ ਬਾਬਰ ਬਚਨ ਬਖਾਨਤ, ਪੂਰਬ ਜੇ ਮੈਂ ਇਸ ਬਿਦ ਜਾਵਕ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਸਤਤ ਇੰਨੀ ਹੈ ਕਿ ਉਹ ਬਾਬਰ ਕਹਿਣ ਲੱਗਾ ਹੈ ਕਿ ਜੇਕਰ ਮੈਨੂੰ ਇਸ ਗੱਲ ਦਾ ਪਤਾ ਹੁੰਦਾ, ਜੇਕਰ ਮੈਂ ਇਸ ਪ੍ਰਕਾਰ ਜਾਣਦਾ ਹੁੰਦਾ ਕਿ ਇਹ ਕੋਈ ਪੂਰਨ ਸੰਤ ਨੇ, ਤਾਂ ਮੈਂ ਅਹਿਮਦਾਬਾਦ ਦੀ ਧਰਤੀ ਤੇ ਕਦੀ ਵੀ ਕਤਲੇਆਮ ਨਾ ਕਰਦਾ। ਖੁਦ ਸਤਨਾਮ ਸ੍ਰੀ ਵਾਹਿਗੁਰੂ। ਇਸ ਪੁਰ ਕੋ ਨਹਿ ਮਾਰਤ ਤਾਈ, ਜਿਸ ਮੈਂ ਅਸ ਦਰਵੇਸ਼ ਰਗਾਈ। ਤੇ ਕਹਿਣ ਲੱਗਾ ਹੈ ਕਿ ਮੈਨੂੰ ਪਤਾ ਨਹੀਂ ਸੀ ਕਿ ਇਸ ਇਲਾਕੇ ਦੇ ਵਿੱਚ ਕੋਈ ਦਰਵੇਸ਼ ਵੀ ਰਹਿੰਦਾ ਹੈ। ਤੇ ਸਾਧ ਸੰਗਤ ਜੀ ਨਾਲ ਆਪਣੇ ਸੇਵਕ ਨੂੰ ਕਹਿ ਰਿਹਾ ਹੈ, ਇਹ ਗੱਲ ਆਪਣੇ ਸੇਵਕ ਨੂੰ ਬਾਬਰ ਕਹਿ ਰਿਹਾ ਹੈ ਕਿ ਜਿਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨੂੰ ਨਾਲ ਕੈਦ ਕਰਕੇ ਲਿਆਂਦਾ ਹੈ। ਹੁਣ ਉਹ ਬਾਬਰ ਆਪਣੇ ਮੂੰਹ ਤੋਂ ਖੁਦ ਕਹਿ ਰਿਹਾ ਹੈ ਕਿ ਜੇਕਰ ਮੈਨੂੰ ਪਤਾ ਹੁੰਦਾ ਕਿ ਇੱਕ ਦਰਵੇਸ਼ ਨੇ, ਇੱਕ ਫਕੀਰ ਨੇ ਜਿਹੜੇ ਅਹਿਮਦਾਬਾਦ ਦੀ ਧਰਤੀ ਤੇ ਬੈਠੇ ਹੋਏ ਨੇ, ਮੈਂ ਕਦੀ ਵੀ ਇਸ ਨਗਰ ਤੇ ਹਮਲਾ ਨਾ ਕਰਦਾ ਤੇ ਜਿਹੜੇ ਲੋਕਾਂ ਦੀ ਜਾਨ ਮੈਂ ਲਈ ਕਦੀ ਵੀ ਉਹ ਨਗਰ ਨੂੰ ਮੈਂ ਨਸ਼ਟ ਨਾ ਕਰਦਾ। ਆਵਨ ਕੋ ਤਿਆਰ ਪਾਸੋਏ, ਗੁਰੂ ਕਥਾ ਸੁਣੀਏ ਜੋ ਹੋਈ। ਹੁਣ ਆਪਣੇ ਸੇਵਕ ਦੇ ਬਚਨ ਮੰਨ ਕੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅਜ਼ਮਤ ਉਹ ਸਾਧ ਸੰਗਤ ਜੀ ਬਾਬਰ ਨੇ ਸੁਣੀ ਹੈ। ਸਮੇਂ ਦਾ ਸਾਧ ਸੰਗਤ ਜੀ ਉਹ ਮੁਗਲ ਹੈ, ਰਾਜ ਭਾਗ ਉਹਦੇ ਕੋਲ ਹੈ। ਆਪਾਂ ਦੇਖਦੇ ਹਾਂ ਨਾ, ਅੱਜ ਸਾਨੂੰ ਕੋਈ ਕੰਮ ਹੋਵੇ ਨਾ ਤਾਂ ਅਸੀਂ ਕੀ ਆ, ਆਪਣੇ ਸਵਾਰਥ ਲਈ ਕਿਸੇ ਦੇ ਕੋਲ ਚੱਲ ਕੇ ਜਾਂਦੇ ਆ। ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਉਹਦੇ ਅੱਗੇ ਗੋਡੇ ਵੀ ਟੇਕਦੇ ਆ। ਪਰ ਸਾਧ ਸੰਗਤ ਜੀ ਉਸ ਸਮੇਂ ਉਲਟ ਸੀ। ਜਿਹੜੀਆਂ ਸਮੇਂ ਦੀਆਂ ਸਰਕਾਰਾਂ ਸਨ, ਜਿਹੜੇ ਸਮੇਂ ਦੀ ਸਰਕਾਰ ਦੇ ਮੁਗਲ ਸਨ, ਜਿਹੜੇ ਰਾਜ ਕਰਦੇ ਸਨ, ਉਹ ਖੁਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਸ ਚੱਲ ਕੇ ਗਏ ਹਨ। ਦਲ ਮੈਂ ਬਹੁਤ ਬੰਦ ਨਰ ਨਾਰੀ, ਬਿਰਲਾ ਪਤ ਪ੍ਰਾਪਤ ਦੁਖ ਪਾਰੀ। ਤੇ ਜਿਹੜੀ ਫੌਜ ਦੇ ਵਿੱਚ ਅਨੇਕਾਂ ਇਸਤਰੀਆਂ ਤੇ ਅਨੇਕਾਂ ਮਰਦ ਜਿਹੜੇ ਅਹਿਮਦਾਬਾਦ ਦੇ ਸਾਧ ਸੰਗਤ ਜੀ ਉਹਨਾਂ ਨੇ ਕੈਦ ਦੇ ਵਿੱਚ ਕੀਤੇ ਹੋਏ ਨੇ, ਉਹ ਸਾਧ ਸੰਗਤ ਜੀ ਕੀ ਹੈ, ਬਹੁਤ ਦੁੱਖ ਮਿਲਣ ਕਾਰਨ ਬਾਬਰ ਦੇ ਪ੍ਰਤੀ ਵਿਰਲਾਪ ਕਰ ਰਹੇ ਹਨ। ਸਰਬ ਜਾਤ ਦੇ ਜਣੀ ਹਿੰਦਵਾਣੀ, ਆਹਾ ਤੁਰਕਣੀ ਆਦ ਪਠਾਣੀ। ਤੇ ਜਿੰਨੀਆਂ ਵੀ ਸਾਧ ਸੰਗਤ ਦੀ ਜਾਤੀਆਂ, ਭਾਵੇਂ ਉਹ ਹਿੰਦਵਾਣੀਆਂ ਸਨ, ਭਾਵੇਂ ਉਹ ਬ੍ਰਾਹਮਣੀਆਂ ਜਿਹੜੀਆਂ ਇਸਤਰੀਆਂ ਸਨ, ਉਹਨਾਂ ਦੇ ਨਾਲ ਜਿਹੜੇ ਰਹਿਣ ਵਾਲੇ ਮੁਸਲਮਾਨਾਂ ਦੀਆਂ ਇਸਤਰੀਆਂ ਬੇਗਮਾਂ ਨੇ, ਉਹ ਵੀ ਉਹਨਾਂ ਦੇ ਨਾਲ ਉਸ ਸੰਗ ਦੇ ਵਿੱਚ ਹਨ। ਸਭ ਕੇ ਚਾਕੀ ਤਰੀ ਅਗਾਰੀ, ਦਾਣਾ ਦਰੀਏ ਬਿਨਾ ਆਵਾਰੀ। ਤੇ ਸਾਧ ਸੰਗਤ ਜੀ ਉਹਨਾਂ ਹਿੰਦਵਾਣੀਆਂ ਦੇ ਅੱਗੇ, ਉਹਨਾਂ ਬ੍ਰਾਹਮਣੀਆਂ ਦੇ ਅੱਗੇ, ਉਹਨਾਂ ਪਠਾਣੀਆਂ ਦੇ ਅੱਗੇ ਚੱਕੀਆਂ ਰੱਖੀਆਂ ਗਈਆਂ ਨੇ ਬਾਬਰ ਵੱਲੋਂ। ਤੇ ਹੁਕਮ ਕੀਤਾ ਗਿਆ ਏ ਕਿ ਇਹਨਾਂ ਚੱਕੀਆਂ ਨੂੰ ਤੁਸੀਂ ਗੇੜਨਾ ਕਰੋ, ਤੇ ਜਿਹੜੇ ਦਾਣੇ ਨੇ ਉਹਨਾਂ ਨੂੰ ਬਿਰਾਂ ਦੇਰੀ ਕੀਤਿਆਂ ਭੁੰਨਣਾ ਕਰੋ ਜਾਂ ਇਹਨਾਂ ਨੂੰ ਦਲਣਾ ਕਰੋ। ਸ੍ਰੀ ਨਾਨਕ ਜਬ ਡੇਰੇ ਆਏ, ਸਿਰਪੁਰ ਤੇ ਬੋਝੇ ਉਤਰਾਏ।
ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਦੇ ਸਾਈਂ, ਜਗਤ ਦੇ ਮਾਲਕ ਪੂਰਨ ਦਰਵੇਸ਼ ਉਸ ਬਾਬਰ ਦੇ ਸਾਧ ਸੰਗਤ ਜੀ ਦਰਬਾਰ ਦੇ ਵਿੱਚ ਪਹੁੰਚੇ ਨੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਜਿਹੜੀ ਸਿਰ ਤੇ ਪੰਡ ਚੁੱਕੀ ਹੋਈ ਹੈ ਨਾ, ਸਾਰਿਆਂ ਤੋਂ ਪਹਿਲਾਂ ਉਹ ਪੰਡ ਜਿਹੜੀ ਉਹ ਉਤਾਰਨੀ ਕੀਤੀ ਹੈ ਬਾਬਰ ਦੇ ਦਰਬਾਰ ਦੇ ਵਿੱਚ। ਬੈਠਾ ਰੇ ਨਿਜ ਬੰਦ ਮਜਾਰੀ, ਦ્વੈ ਚਾਕੀ ਤਬ ਆਨੀ ਫਾਰੀ। ਤੇ ਪੰਡ ਰੱਖਦਿਆਂ ਸਾਰੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬਿਠਾ ਦਿੱਤਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਜਿਹੜੀ ਚੱਕੀ ਸਾਧ ਸੰਗਤ ਜੀ ਪੀਸਣ ਲਈ ਉਹਨਾਂ ਦਿਵਾਣੀਆਂ ਨੂੰ ਦਿੱਤੀ ਹੈ, ਉਹਨਾਂ ਬ੍ਰਾਹਮਣੀਆਂ ਨੂੰ ਦਿੱਤੀ, ਉਹਨਾਂ ਪਠਾਣੀਆਂ ਨੂੰ ਦਿੱਤੀ ਹੈ ਨਾ, ਉਹੀ ਸਾਧ ਸੰਗਤ ਜੀ ਜਿਹੜੀ ਚੱਕੀ ਹੈ ਨਾ, ਜਿਹਦੇ ਤੇ ਦਾਣੇ ਪੀਸੇ ਜਾਂਦੇ ਸਨ ਪਿਛਲੇ ਸਮਿਆਂ ਦੇ ਵਿੱਚ, ਜਗਤ ਦੇ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਉਸ ਬਾਬਰ ਨੇ ਰਖਵਾ ਦਿੱਤੀ ਹੈ। ਆਗੇ ਮੇਰੇ ਅਰ ਮਰਦਾਨੇ, ਧਰੀ ਏਕ ਦੀਨ ਬੋਦਾਨੇ। ਤੇ ਭਾਈ ਬਾਲਾ ਜੀ ਦੱਸ ਰਹੇ ਨੇ ਕਿ ਉਸ ਬਾਬਰ ਨੇ ਇੱਕ ਚੱਕੀ ਮੇਰੇ ਅੱਗੇ ਰੱਖੀ ਹੈ ਤੇ ਇੱਕ ਚੱਕੀ ਭਾਈ ਮਰਦਾਨਾ ਜੀ ਦੇ ਅੱਗੇ ਰੱਖੀ ਹੈ। ਤੇ ਬਹੁਤ ਸਾਰੇ ਦਾਣੇ ਸਾਨੂੰ ਪੀਸਣ ਲਈ ਦੇ ਦਿੱਤੇ ਨੇ ਤੇ ਸਾਡੇ ਅੱਗੇ ਰੱਖ ਕੇ ਉੱਥੋਂ ਚਲੇ ਗਏ ਹਨ। ਇੱਕ ਸ੍ਰੀ ਗੁਰੂ ਅਗਾਰੀ ਧਰਕ, ਕਹਿਓ ਦਰਹੋ ਦਾਨਾ ਦੁਰਤ ਕਰਕੇ। ਤੇ ਸਾਧ ਸੰਗਤ ਜੀ ਚੱਕੀ ਰੱਖਦਿਆਂ ਸਾਧ ਉਸ ਬਾਬਰ ਨੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਹੁਕਮ ਕੀਤਾ ਹੈ ਕਿ ਜਲਦੀ ਹੀ ਇਹ ਜਿਹੜੇ ਦਾਣੇ ਨੇ ਇਹ ਚੱਕੀ ਦੇ ਵਿੱਚ ਪਾ ਕਰਕੇ ਤੇ ਇਹਨਾਂ ਨੂੰ ਪੀਸਣਾ ਕਰੋ, ਭਾਵ ਕੇ ਦਲਣਾ ਕਰੋ। ਹਮ ਮਿਲ ਦਰਨ ਲਗੇ ਦ੍ਰੁਤ ਦਾਨਾ, ਜਿਉ ਨਰ ਨਾਰ ਕਰਤ ਤੇ ਥਾਨਾ। ਤੇ ਭਾਈ ਬਾਲਾ ਜੀ ਕਹਿ ਰਹੇ ਨੇ ਕਿ ਮੈਂ ਤੇ ਭਾਈ ਮਰਦਾਨਾ ਜੀ ਉਹਨਾਂ ਮੁਗਲਾਂ ਦਾ ਹੁਕਮ ਮੰਨ ਕੇ ਉਸ ਅਸਥਾਨ ਤੇ ਉਸ ਚੱਕੀ ਦੇ ਵਿੱਚ ਦਾਣੇ ਪਾ ਕੇ ਪੀਸਣ ਲੱਗੇ ਹਾਂ, ਜਿਵੇਂ ਉੱਥੇ ਔਰਤਾਂ ਕਰ ਰਹੀਆਂ ਸਨ, ਜਿਵੇਂ ਉਹਨਾਂ ਦੇ ਹੰਦਵਾਣੀਆਂ ਸਨ, ਪਠਾਣੀਆਂ ਸਨ, ਤੁਰਕਾਣੀਆਂ ਸਨ, ਉਸੇ ਤਰ੍ਹਾਂ ਅਸੀਂ ਵੀ ਉਹਨਾਂ ਦੇ ਵਾਂਗੂ ਇਹ ਕਾਰਜ ਜਿਹੜਾ ਏ ਉਹ ਚੱਕੀ ਦੇ ਵਿੱਚ ਦਾਣੇ ਪਾ ਕਰਕੇ ਆਰਾਮ ਕੀਤਾ ਹੈ। ਸ੍ਰੀ ਗੁਰ ਚਾਕੀ ਹਾਥ ਨਾ ਲਾਵੇ, ਨਿਜ ਕਰ ਸੋਦਾਨਾ ਮਦ ਪਾਵੇ। ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੱਕੀ ਨੂੰ ਹੱਥ ਨਹੀਂ ਸਨ ਲਾ ਰਹੇ ਤੇ ਆਪਣੇ ਹੱਥਾਂ ਦੇ ਨਾਲ ਚੱਕੀ ਗੇੜ ਰਹੀ ਨਹੀਂ ਸਨ। ਕੀ ਕਰ ਰਹੇ ਸਨ? ਗੇੜਨ ਦੀ ਬਜਾਏ ਉਹਦੇ ਵਿੱਚ ਦਾਣੇ ਪਾਈ ਜਾ ਰਹੇ ਸਨ। ਸੀ ਕਰ ਫਿਰੈ ਆਪ ਹੀ ਸੋਈ, ਬੇਸਮ ਬੇਲੋਕ ਤੈ ਸਭ ਕੋਈ। ਅਜਮਤ ਵਾਪਰੀ, ਕਿਉਂਕਿ ਜਿੱਥੇ ਦਰਵੇਸ਼ ਸਾਧ ਸੰਗਤ ਜੀ ਆ ਕਰਕੇ ਬੈਠਾ ਹੋਵੇ ਨਾ, ਉੱਥੇ ਸਾਧ ਸੰਗਤ ਜੀ ਅਸਥਾਨ ਹੈ ਜਿਹੜਾ ਉਹ ਪਵਿੱਤਰ ਹੋ ਜਾਂਦਾ ਹੈ। ਕਿਉਂਕਿ ਆਪਾਂ ਪੜ੍ਹਦੇ ਆ ਨਾ, ਧਨ ਓਏ ਥਾਂ ਧਨ ਓਏ ਪਵਨਾ। ਕਹਿੰਦੇ ਧਨ ਉਹ ਅਸਥਾਨ ਹੈ, ਧਨ ਹੀ ਉਹ ਵੱਡੇ ਭਵਨ ਮਹਿਲ ਨੇ ਜਿੱਥੇ ਸੰਤ ਜਨ ਆ ਕਰਕੇ ਬੈਠਦੇ ਨੇ। ਤੇ ਸਾਧ ਸੰਗਤ ਜੀ ਐਸੀ ਕਿਰਪਾ ਹੋਈ, ਐਸੀ ਅਜਮਤ ਵਾਪਰੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਚੱਕੀ ਨੂੰ ਗੇੜ ਨਹੀਂ ਰਹੇ, ਦਾਣੇ ਪਾਈ ਜਾ ਰਹੇ ਨੇ, ਪਰ ਐਸੀ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਕਿ ਉਹ ਜਿਹੜੀ ਚੱਕੀ ਆਪਣੇ ਆਪ ਗੇੜੀ ਜਾ ਰਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਤਨੇ ਮੈਂ ਬਾਬਰ ਚਲ ਆਇਓ, ਚਰਨ ਕਮਲ ਪਰ ਸੀਸ ਨਿਵਾਇਓ। ਇਤਨੇ ਸਮੇਂ ਨੂੰ ਸਾਧ ਸੰਗਤ ਜੀ ਮੁਗਲ ਹਕੂਮਤ ਦਾ ਬਾਦਸ਼ਾਹ ਬਾਬਰ ਉਹ ਵੀ ਉਸ ਸਥਾਨ ਤੇ ਪਹੁੰਚਿਆ ਏ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੇ ਅੱਗੇ ਚੱਕੀ ਰੱਖੀ ਗਈ ਹੈ। ਹੁਣ ਸਾਧ ਸੰਗਤ ਜੀ ਜਦੋਂ ਮੁਗਲ ਹਕੂਮਤ ਦਾ ਬਾਦਸ਼ਾਹ ਉਸ ਸਥਾਨ ਤੇ ਪਹੁੰਚਿਆ ਏ,
ਉਹਨੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੇ ਆ ਕਰਕੇ ਆਪਣਾ ਸੀਸ ਉਹ ਭੇਟ ਕਰਨਾ ਕੀਤਾ। ਦੋਹਰਾ ਸ਼੍ਰੀ ਨਾਨਕ ਆਵਲੋਕ ਕਰ ਬੋਲੇ ਸ਼ਬਦ ਉਠਾਈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬਾਬਰ ਆਇਆ ਹੈ ਨਾ, ਬਾਬਰ ਦੇ ਆਉਣ ਸਾਰ ਜਦੋਂ ਉਸ ਨੇ ਚਰਨਾਂ ਤੇ ਸੀਸ ਨਵਾਇਆ ਏ, ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਿਆ ਏ, ਸਭ ਲੋਕਨ ਕੀ ਜਸ ਦਸ਼ਾ ਤਬ ਦੀਨ ਸੁਨਾਏ। ਤੇ ਬਾਬਰ ਦੇ ਸਮੇਂ ਦੇ ਵਿੱਚ ਜਿੰਨੇ ਵੀ ਕੈਦ ਸਨ, ਜਿਹੜੀ ਹਾਲਾਤ ਬਾਬਰ ਦੀ ਕੈਦ ਦੇ ਵਿੱਚ ਉਹਨਾਂ ਇਸਤਰੀਆਂ ਦੀ ਮਰਦਾਂ ਦੀ ਬਣੀ ਹੋਈ ਸੀ, ਉਹ ਸਾਰੀ ਸਾਧ ਸੰਗਤ ਜੀ ਆਪਣੇ ਬਚਨਾਂ ਦੇ ਰਾਹੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਸਾਹਮਣੇ ਰੱਖੀ। ਉਹ ਸ਼ਬਦ ਕੀ ਹੈ? ਅਸ਼ਟਪਦੀਆਂ ਨੇ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਦੂਰ, ਸੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਧੂੜ। ਮਹਿਲਾ ਅੰਦਰ ਹੋਂਦੀਆਂ ਹੁਣ ਬਹਿਨ ਨਾ ਮਿਲਨ ਹਦੂਰ। ਆਦੇਸ ਬਾਬਾ ਆਦੇਸ, ਆਦ ਪੁਰਖ ਤੇਰਾ ਅੰਤ ਨ ਪਾਇਆ, ਕਰ ਕਰ ਦੇਖੈ ਵੇਸ। ਰਹਾਉ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਥੇ ਸਾਧ ਸੰਗਤ ਜੀ ਸਾਨੂੰ ਰਹਾਉ ਦੇ ਵਿੱਚ ਸਮਝਾਇਆ ਹੈ ਕਿ ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੈ ਵੇਸ। ਕਹਿੰਦੇ ਕਿ ਇਹ ਪ੍ਰਮਾਤਮਾ ਤੈਨੂੰ ਨਮਸਕਾਰ ਹੈ, ਤੇਰਾ ਕੋਈ ਵੀ ਭੇਦ ਨਹੀਂ ਪਾ ਸਕਦਾ, ਤੈਨੂੰ ਕੋਈ ਵੀ ਜਾਣ ਨਹੀਂ ਸਕਦਾ। ਤੇ ਸਾਧ ਸੰਗਤ ਜੀ ਸੱਚੀ ਗੱਲ ਹੈ, ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਿਆਨ ਕੀਤਾ ਹੈ ਕਿ ਜਿਨ੍ਹਾਂ ਇਸਤਰੀਆਂ ਦੇ ਤਨ ਤੇ ਕਦੀ ਸੋਹਣੇ ਕੱਪੜੇ ਸਨ, ਸਿਰ ਦੇ ਉੱਪਰ ਜਿਹੜੀਆਂ ਸੰਧੂਰ ਦੀਆਂ ਮੰਗਾਂ ਉਹ ਸੋਭਦੀਆਂ ਸਨ, ਪਰ ਕੀ ਹੋਇਆ, ਇੱਕ ਦਿਨ ਆਇਆ ਇਹਨਾਂ ਦੇ ਕੇਸ ਜਿਹੜੇ ਉਹ ਮੁੰਨੇ ਜਾ ਰਹੇ ਸਨ ਤੇ ਗਲ ਵਿੱਚ ਆਵੇ ਧੂੜ। ਤੇ ਜਿਹੜੀਆਂ ਸੱਜ ਸਵਾਰ ਕੇ ਸਾਧ ਸੰਗਤ ਜੀ ਮਹਿਲਾਂ ਦੇ ਵਿੱਚ ਬੈਠੀਆਂ ਸਨ, ਉਹਨਾਂ ਦੇ ਗਲਾਂ ਦੇ ਵਿੱਚ ਸਾਧ ਸੰਗਤ ਜੀ ਹੁਣ ਮਿੱਟੀ ਜਿਹੜੀ ਉਹ ਆ ਰਹੀ ਸੀ। ਤੇ ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣਾ ਦੂਰ। ਤੇ ਜਿਹੜੀਆਂ ਕਦੀ ਸਾਧ ਸੰਗਤ ਜੀ ਮਹਿਲਾਂ ਦੇ ਵਿੱਚ ਜੁੜ ਕਰਕੇ ਬੈਠਦੀਆਂ ਸਨ, ਮਹਿਲਾਂ ਦੇ ਵਿੱਚ ਆਨੰਦ ਮਾਣਦੀਆਂ ਸਨ, ਹੁਣ ਬਹਿਣ ਨਾ ਮਿਲਣਾ ਦੂਰ। ਤੇ ਹੁਣ ਕਦੀ ਵੀ ਉਹ ਖੁੱਲੇ ਮੈਦਾਨ ਦੇ ਵਿੱਚ ਖੁਸ਼ਕਿਸਮਤੀ ਨਾਲ ਨਹੀਂ ਬੈਠੀਆਂ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਜਦੋਂ ਸਾਰਾ ਸ਼ਬਦ ਸਾਧ ਸੰਗਤ ਜੀ ਉਚਾਰਿਆ ਹੈ ਨਾ, ਤੇ ਆਖੀਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤੇ ਨੇ, ਇਕ ਨਾ ਇਹੋ ਲਿਖਿਆ ਬਹਿ ਬਹਿ ਰੋਵਹਿ ਦੁਖ, ਜੋ ਤਿਸ ਭਾਵੈ ਸੋ ਥੀਐ, ਨਾਨਕ ਕਿਆ ਮਨੁਖਾ। ਫੇਰ ਸਮਝਣਾ ਕਰਿਓ ਕੀ ਕਿਹਾ ਹੈ, ਇਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁਖ, ਜੋ ਤਿਸ ਭਾਵੈ ਸੋ ਥੀਐ, ਨਾਨਕ ਕਿਆ ਮਨੁਖਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਐਂਡ ਤੇ ਸਮਝਾਇਆ ਹੈ ਕਿ ਮਨੁੱਖ ਦੀ ਕੀ ਹਸਤੀ ਹੈ। ਮਨੁੱਖ ਜਿਹੜਾ ਉਹ ਆਪਣੀ ਸਮਰੱਥਾ ਦੇ ਨਾਲ ਕੁਝ ਵੀ ਨਹੀਂ ਕਰ ਸਕਦਾ। ਜੋ ਕੁਝ ਵੀ ਹੋ ਰਿਹਾ ਏ ਉਸ ਪਰਮਾਤਮਾ ਦੀ ਆਗਿਆ ਦੇ ਅਨੁਸਾਰ ਹੋ ਰਿਹਾ, ਕਿਉਂਕਿ ਆਪਾਂ ਪੜ੍ਹਦੇ ਆ ਨਾ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ,
ਜਹ ਜਹ ਰਖੈ ਆਪ ਤਹ ਜਾਏ ਖੜੋਵਣਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਸਾਧ ਸੰਗਤ ਜੀ ਅਖੀਰ ਤੇ ਜਿਹੜੇ ਬਚਨ ਉਚਾਰੇ ਨੇ ਉਹਦੇ ਵਿੱਚ ਇਹੋ ਗੱਲ ਜਿਹੜੀ ਸਾਨੂੰ ਸਮਝਾਉਣੀ ਕੀਤੀ ਹੈ। ਚੌਪਈ ਸੁਨ ਕਰ ਬਾਬਰ ਖਰਾ ਅਗਾਰੀ ਹਾਥ ਬੰਦ ਕਾ ਗਿਰਾ ਉਚਾਰੀ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਮੁਗਲ ਸਲਤਨਤ ਦਾ ਬਾਦਸ਼ਾਹ ਬਾਬਰ ਸਾਧ ਸੰਗਤ ਜੀ ਨਿਮਰਤਾ ਦੇ ਘਰ ਦੇ ਵਿੱਚ ਆਇਆ ਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਖਲੋਤਾ ਏ ਤੇ ਮੁਖ ਤੋਂ ਬਚਨ ਕੀ ਕੀਤੇ ਨੇ। ਅਰਥ ਸਮੇਤ ਸੁਨਾਵਹੁ ਮੋਹੀ ਰਾਵਰ ਕਹਿਣ ਕਾਹੀ ਪਰ ਹੋਏ। ਤੇ ਕਹਿਣ ਲੱਗਾ ਏ ਕਿ ਸਾਰੇ ਅਰਥ ਇਸ ਸ਼ਬਦ ਦੇ ਮੈਨੂੰ ਦੱਸਣਾ ਕਰੋ। ਇਸ ਸ਼ਬਦ ਦੇ ਅਰਥ ਕੀ ਨੇ ਤੇ ਕਿਸ ਕਾਰਨ ਤੁਸੀਂ ਇਹ ਸ਼ਬਦ ਜਿਹੜਾ ਆਪਣੇ ਮੁਖ ਤੋਂ ਉਚਾਰਿਆ ਹੈ। ਸੁਨ ਬਾਬਰ ਇਹ ਹੁਤੇ ਪਠਾਨਾ ਲੂਟਿਓ ਸਗਰੋ ਨਗਰ ਮਹਾਨਾ। ਤੇ ਗੁਰੂ ਜੀ ਬੋਲੇ ਨੇ ਕਿ हे ਬਾਬਰ ਸੁਣਨਾ ਕਰ, ਇਹ ਜਿੰਨੇ ਵੀ ਪਠਾਨ ਨੇ ਜਿਨ੍ਹਾਂ ਤੇ ਤੂੰ ਕਸ਼ਟ ਕੀਤੇ ਹਨ ਤੇ ਸਾਰਾ ਜਿਹੜਾ ਨਗਰ ਹੈ ਅਹਿਮਦਾਬਾਦ ਦਾ ਤੂੰ ਲੁੱਟਣਾ ਕੀਤਾ ਹੈ। ਸਭ ਹਿਨ ਕੀ ਨਾਰੀ ਗੈਲੀਨੀ ਦਲ ਮੈਂ ਆਨ ਕੈਦ ਕਰ ਦੀਨੀ। ਤੇ ਸਾਰੀਆਂ ਔਰਤਾਂ ਤੂੰ ਪਕੜ ਲਈਆਂ ਨੇ ਤੇ ਤੇਰੀਆਂ ਫੌਜਾਂ ਨੇ ਜਿੰਨੇ ਵੀ ਉਸ ਨਗਰ ਦੇ ਵਿੱਚ ਰਹਿਣ ਵਾਲੇ ਬੱਚੇ ਨੇ ਬਜ਼ੁਰਗ ਨੇ ਉਹ ਸਾਰੇ ਕੈਦ ਕਰ ਲਏ ਹਨ। ਕਸ਼ਟ ਮਹਾ ਅਬ ਤਿਨ ਪਰ ਆਇਓ ਦੇਖ ਦਸ਼ਾ ਅਸ ਸ਼ਬਦ ਅਲਾਇਓ। ਤੇ ਹੁਣ ਉਹਨਾਂ ਤੇ ਜੋ ਵੀ ਮੁਸੀਬਤਾਂ ਆਈਆਂ ਨੇ ਜੋ ਵੀ ਉਹ ਕਸ਼ਟ ਝੱਲ ਰਹੇ ਨੇ ਤੇਰੀ ਕੈਦ ਦੇ ਅੰਦਰ ਮੈਂ ਉਹ ਸਾਰਾ ਹਾਲ ਇਸ ਸ਼ਬਦ ਦੇ ਵਿੱਚ ਉਚਾਰਿਆ ਏ। ਜਿਨ ਕੈ ਸਿਰ ਪਰ ਪਾਟੀ ਸੋਹਾ ਮਾਗ ਸੰਦੂਰ ਪਾਏ ਮਨ ਮੋਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਕੋਈ ਸਮਾਂ ਸੀ ਜਿਨ੍ਹਾਂ ਇਸਤਰੀਆਂ ਦੇ ਸਿਰ ਤੇ ਸੋਹਣਾ ਸੰਧੂਰ ਸੌਂਦਾ ਸੀ ਤੇ ਸੋਹਣੇ ਸੰਧੂਰ ਦੇ ਕਾਰਨ ਉਹ ਮੋਹਿਤ ਕਰਦੀਆਂ ਸਨ। ਸੋਹਿਤ ਸਿਰ ਹਿਤ ਭੂਖਨ ਰੂਰਣ ਸੰਗ ਕਤਰਣੀ ਕਰਤ ਤੂਰਣ। ਤੇ ਜਿਹੜੀਆਂ ਇਸਤਰੀਆਂ ਸੁੰਦਰ ਗਹਿਣਿਆਂ ਦੇ ਨਾਲ ਸ਼ੋਭਾ ਪਾਉਂਦੀਆਂ ਸਨ ਉਹਨਾਂ ਇਸਤਰੀਆਂ ਦੇ ਹੁਣ ਤੇਰੇ ਜਿਹੜੇ ਇਹ ਸੇਵਕ ਨੇ ਉਹ ਆਪਣੇ ਹੱਥਾਂ ਦੇ ਨਾਲ ਕੇਸ ਮੁੰਨ ਰਹੇ ਹਨ। ਪਾਏ ਬਦਨ ਮੈਂ ਪਸਮ ਬਹਾਰੀ ਕਹਾ ਬਤਾਵੋ ਮਾਇਆ ਔਰੀ। ਤੇ ਸਾਰਿਆਂ ਦੇ ਮੂੰਹਾਂ ਦੇ ਸਵਾਹ ਪਾ ਰਹੇ ਨੇ ਤੇ ਸਵਾਹ ਪਾ ਕੇ ਕਹਿ ਰਹੇ ਨੇ ਕਿ ਜਿੰਨੀ ਵੀ ਤੁਹਾਡੇ ਕੋਲ ਮਾਇਆ ਏ ਉਹ ਸਾਰੀ ਸਾਨੂੰ ਦੱਸਣਾ ਕਰੋ। ਮੰਦਰ ਸੁੰਦਰ ਮੈਂ ਦਿਨ ਰੰਨਾ रहत सदा संत पिकही ना नैना। ਤੇ ਸਦਾ ਇਹ ਇਸਤਰੀਆਂ ਮਹਿਲਾਂ ਦੇ ਵਿੱਚ ਰਹਿੰਦੀਆਂ ਸਨ ਰਾਜਿਆਂ ਦੀ ਵਾਂਗ। ਹੁਣ ਕੀ ਹੈ ਜਿਨ੍ਹਾਂ ਦੀਆਂ ਅੱਖੀਆਂ ਨੇ ਉਹ ਸੰਤਾਂ ਨੂੰ ਤੱਕਦੀਆਂ ਸਨ। ਬੈਸਨ ਮਿਲੇ ਨ ਸੋ ਅਬ ਪਾਸੀ ਐਸੋ ਪ੍ਰਾਪਤ ਪਾਦੁਕ ਰਾਸੀ। ਤੇ ਹੁਣ ਕਿੰਨਾ ਸਮਾਂ ਹੋ ਗਿਆ ਏ ਇਹਨਾਂ ਨੇ ਉਹਨਾਂ ਸੰਤਾਂ ਦੇ ਦਰਸ਼ਨ ਨਹੀਂ ਕੀਤੇ ਉਲਟਾ ਤੇਰੀ ਕੈਦ ਦੇ ਵਿੱਚ ਬੈਠ ਕਰਕੇ ਇਹ ਦੁੱਖ ਜਿਹੜੀਆਂ ਇਸਤਰੀਆਂ ਉਹ ਸਹਾਰ ਰਹੀਆਂ ਹਨ। ਵਾਹਿਗੁਰੂ ਜੋ ਕਰਨੇ ਹਾਰਾ ਤਿਸ ਕੋ ਬੰਧਨ ਬਾਰੰਬਾਰਾ। ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਬਚਨ ਕੀਤੇ ਨੇ ਆਪਾਂ ਹੁਣੇ ਪੜ੍ਹੇ ਨੇ ਨਾ कि ज्यों जो तेरा हुक्म त्यों त्यों होवना जह जह रखे आप तह जाए खड़ोवना।
इसे तरह गुरु नानक देव जी महाराज जी ने उस बाबा नूं समझाया है कि ये जिहड़ी गल तू कर रहा है ना, ये तेरे हाथ वस नहीं, वो परमात्मा सारा कुछ करने वाला है, जिन्हों मेरी बार बार नमस्कार है। सब की याद पुरख अविनाशी, किस विद अंत न पाया जासी। ते साध संगत जी आप बचन पढ़ते हैं ना, अंत ना पावत देव सुबह मुन, पुन इंद्र महाशिव जोग करी। साध संगत जी ना ते ब्रह्मा वर्गिया ने उस परमात्मा का अंत पाया, ना जिहड़े उहदे गाड़ी चार पुत्र होए ने उन्हां ने उस परमात्मा का साध संगत जी अंत पाया। इसे तरह गुरु नानक देव जी महाराज समझा रहे ने उस बाबर नूं कि वह परमात्मा है जो वो करण काल समर्थ है, ओदा कोई भी अंत नहीं पाया जा सकता। कर कर वेख चूज गनेरे, ज्यों चाहत त्यों कर बिन देरे। ते ओ परमात्मा दी जिवें मर्जी हुंदी है, ओ परमात्मा अपनी मर्जी दे अनुसार ਉਹੀ कुछ करता है जो परमात्मा नूं प्रवान हुंदा है। हिंडोलन पर चढ़ कर आई, प्रथम बदन में पाए मिठाई। ते जेड़ियां इस्त्रियां कदी डोलियां ते चढ़ करके आईयां सन, ते सारियां तो पहला इन्हां दे मूहां दे विच मठियाईयां पा दित्तियां गईयां सन। वार 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 वारी, पीवत हो तारक उर पारी। ते जदों इन्हां दे उत्तों वार वार के पानी पीता जा रहा सी, ते ये इस्त्रियां अपने मन दे विच बहुत ज्यादा खुशी मार रही सन। दासी बिजना फिर ताही, दर्पण बीच लगे है जाई। ते इन्हां दियां दासियां भाव के जिहड़ियां नौकराणियां सन, ਉਹ ਇਹਨਾਂ ਦੇ ਉੱਪਰ ਪੱਖੇ ਚੱਲਦੀਆਂ ਸਨ, ਭਾਵ ਕਿ ਇਹਨਾਂ ਨੂੰ ਗਰਮੀ ਤੋਂ ਛੁਟਕਾਰਾ ਦੇਣ ਲਈ ਇਹਨਾਂ ਨੂੰ ਹਵਾ ਮਾਰਦੀਆਂ ਸਨ। ਦਰਪਨ ਵਿੱਚ ਲਗਿਆ ਜਾਈ। ਤੇ ਜਿਹੜੇ ਪੱਖੇ ਸਾਧ ਸੰਗਤ ਜੀ ਉਹ ਚੱਲਦੀਆਂ ਸਨ, ਉਹਨਾਂ ਦੇ ਵਿੱਚ ਕਵੀ ਜੀ ਲਿਖਦੇ ਨੇ ਬਹੁਤ ਸੁੰਦਰ ਜਿਹੜੇ ਸ਼ੀਸ਼ੇ ਉਹ ਲੱਗੇ ਹੋਏ ਸਨ। ਚਮਕਤ ਤੇ ਦੁੱਤ ਹੋਏ ਵਿਸ਼ਾਲਾ, बहुत बिलोक मिलते काला। ते शीशे साध संगत जी इस तरह चमकते सन जिवें मान लो कि एक चंद्रमा की जिहड़ी रोशनी है वो सानू सारियां नू मोहित करदी होवे। हुण इस तरह गुरु नानक देव जी महाराज उन्हां इस्त्रियां दी उस्तत कर रहे ने कि किवें वो पहला अपना जीवन बसर करदियां सन। ਹੁਣ ਬਾਬਰ ਦੀ ਕੈਦ ਤੋਂ ਬਾਅਦ ਉਹਨਾਂ ਦਾ ਕੀ ਹਾਲ ਹੈ, ਉਹ ਸਾਧ ਸੰਗਤ ਜੀ ਕੱਲ ਦੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕਰਾਂਗੇ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਰ ਨੂੰ ਐਸੇ ਬਚਨ ਕਰਨਗੇ ਕਿ ਜਿਹੜਾ ਬਾਬਰ ਦਾ ਮਨ ਹੈ, ਜਿਹਦੀ ਕੈਦ ਦੇ ਵਿੱਚ ਇੰਨੀਆਂ ਇਸਤਰੀਆਂ ਸਨ, ਇੰਨੇ ਮਰਦ ਸਨ, ਇੰਨੇ ਬਜ਼ੁਰਗ ਸਨ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਮੰਨ ਕੇ ਤੇ ਸਾਧ ਸੰਗਤ ਜੀ ਉਹਨਾਂ ਇਸਤਰੀਆਂ ਨੂੰ अपनी कैद दे विचों रिहा कर देवेगा ते गुरु नानक देव जी महाराज जी दे चरणी पै जावेगा। ये साध संगत जी कल दे प्रसंग दे विच आपां श्रवण करांगे। आओ निमरता दे घर दे विच आइए। एक शब्द है साध संगत जी आपां उचारना है, वो शब्द की है, फिरत फिरत प्रभ आया, फिरत फिरत प्रभ आया। फिरत फिरत प्रभ आया, फिरत फिरत प्रभ आया। फिरत फिरत प्रभ आया, फिरत फिरत प्रभ आया।
ਪਰਿਆ ਤੋ ਸਰਨਾਏ, ਪਰਿਆ ਤੋ ਸਰਨਾਏ। ਪਰਿਆ ਤੋ ਸਰਨਾਏ, ਪਰਿਆ ਤੋ ਸਰਨਾਏ। ਪਰਿਆ ਤੋ ਸਰਨਾਏ, ਪਰਿਆ ਤੋ ਸਰਨਾਏ। ਅੱਗੇ ਬੇਨਤੀ ਸਾਧ ਸੰਗਤ ਜੀ ਕੀ ਕਰਨੀ ਹੈ? ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤੋ ਸਰਨਾਏ, ਪਰਿਆ ਤੋ ਸਰਨਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।